सब तो पहला आप सब ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। मैं दीप्ति जैन कंप्यूटर फैकल्टी सरकारी सीनियर सैकेंडरी स्कूल बागड़ियाँ ਜ਼ਿਲ੍ਹਾ ਸੰਗਰੂਰ आप जी का स्वागत जिंदगी के इस लैक्चर ਵਿੱਚ बहुत स्वागत करती हाँ। ਅੱਜ ਸਾਡਾ स्वागत जिंदगी की लड़ी ਵਿੱਚ विषय का नाम है प्रभावशाली संचार। विद्यार्थियों, सानू संचार ਲਈ दो चीज़ों की ज़रूरत होती है, एक चंगा वक्ता ਅਤੇ एक चंगा ਸਰੋਤਾ। चंगा वक्ता वो है जो अपने भाव अपने मन ਦੀਆਂ ਗੱਲਾਂ दूसरे तक सुनन वाले तक चंगी तरह अपने विचारों ਨੂੰ प्रगट कर सके ਅਤੇ चंगा ਸਰੋਤਾ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਹੈ, ਸਮਝਦਾ ਹੈ ਅਤੇ ਆਪਣੇ ਆਪ ਨਿਰੀਖਣ ਕਰਦਾ ਹੈ ਕਿ ਉਹ ਗੱਲਾਂ ਦਾ ਉਸ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ। ਪ੍ਰਭਾਵਸ਼ਾਲੀ ਸੰਚਾਰ ਦੇ ਵਿੱਚ ਅਸੀਂ ਉਸ ਸੰਚਾਰ ਦੀ ਗੱਲ ਕਰਾਂਗੇ ਜਦੋਂ ਇੱਕ ਵਕਤਾ ਨੂੰ ਆਪਣੀ ਗੱਲ ਨੂੰ ਪ੍ਰਗਟਾਉਣ ਦਾ ਢੰਗ ਇਸ ਤਰੀਕੇ ਨਾਲ ਆਉਣਾ ਚਾਹੀਦਾ ਹੈ ਕਿ ਸੁਣਨ ਵਾਲੇ 'ਤੇ ਉਸ ਦਾ ਸਕਾਰਾਤਮਕ ਅਤੇ ਹਾਂ ਪੱਖੀ ਪ੍ਰਭਾਵ ਪਵੇ। ਤੁਹਾਡੀ ਗੱਲ ਦੇ ਵਿੱਚ ਤੁਹਾਡੀ ਪਰਸਨੈਲਿਟੀ ਝਲਕਦੀ ਹੈ। ਜਦੋਂ ਤੁਸੀਂ ਆਪਣੀ ਗੱਲ ਨੂੰ ਹਾਂ ਪੱਖੀ ਅਤੇ ਸਕਾਰਾਤਮਕ ਰੂਪ ਵਿੱਚ ਪੇਸ਼ ਕਰਦੇ ਹੋ, ਉਹ ਤੁਹਾਡੀ ਸ਼ਖਸੀਅਤ ਨੂੰ ਦਰਸਾਉਂਦਾ ਹੈ। ਪਿਆਰੇ ਬੱਚਿਓ, ਸਾਨੂੰ ਪ੍ਰਭਾਵਸ਼ਾਲੀ ਸੰਚਾਰ ਲਈ ਇੱਕ ਚੰਗੇ ਵਕਤਾ ਦੇ ਨਾਲ ਇੱਕ ਚੰਗਾ ਸਰੋਤਾ ਹੋਣਾ ਵੀ ਬਹੁਤ ਜ਼ਰੂਰੀ ਹੈ। ਕਈ ਵਾਰੀ ਅਸੀਂ ਸਹੀ ਹੁੰਦੇ ਹਾਂ, ਆਪਣੀ ਗੱਲ ਨੂੰ ਪ੍ਰਗਟਾਉਣ ਦਾ ਤਰੀਕਾ ਸਾਡਾ ਸਹੀ ਨਹੀਂ ਹੁੰਦਾ। ਸਾਨੂੰ ਆਪਣੀ ਗੱਲ ਨੂੰ ਦੂਸਰੇ ਅੱਗੇ ਇਸ ਤਰੀਕੇ ਰੱਖਣਾ ਚਾਹੀਦਾ ਹੈ ਕਿ ਸਾਡੀ ਗੱਲ ਸਪਸ਼ਟ ਵੀ ਹੋ ਜਾਵੇ, ਉਸ ਦਾ ਅਰਥ ਵੀ ਨਿਕਲ ਆਵੇ ਅਤੇ ਸੁਣਨ ਵਾਲੇ ਨੂੰ ਉਸ ਦਾ ਪ੍ਰਭਾਵ ਵੀ ਸਮਝ ਵਿੱਚ ਆ ਜਾਵੇ। ਕਈ ਵਾਰੀ ਵਿਦਿਆਰਥੀ ਸੰਕੋਚ ਕਰਦੇ ਹੋਏ ਜਮਾਤ ਦੇ ਵਿੱਚ ਆਪਣੀ ਗੱਲ ਆਪਣੇ ਅਧਿਆਪਕ ਅੱਗੇ ਚੰਗੀ ਤਰ੍ਹਾਂ ਨਹੀਂ ਰੱਖ ਪਾਉਂਦੇ, ਜਿਸ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਇਨਸਲਟ ਦਾ ਫੀਲਿੰਗ ਆਉਂਦੀ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਬਾਕੀ ਬੱਚਿਆਂ ਨਾਲੋਂ ਸ਼ਾਇਦ ਘੱਟ ਹੁਸ਼ਿਆਰ ਹਾਂ ਜਾਂ ਅਧਿਆਪਕ ਨੂੰ ਅਸੀਂ ਚੰਗੇ ਨਹੀਂ ਲੱਗ ਰਹੇ ਹਾਂ। ਇਹ ਗੱਲ ਨਹੀਂ ਹੁੰਦੀ ਵਿਦਿਆਰਥੀਓ। ਅਧਿਆਪਕ ਲਈ ਸਾਰੇ ਹੀ ਵਿਦਿਆਰਥੀ ਬਰਾਬਰ ਹੁੰਦੇ ਹਨ। ਕਈ ਵਾਰ ਤੁਹਾਨੂੰ ਆਪਣੀ ਗੱਲ ਨੂੰ ਸਮਝਾਉਣਾ ਅਤੇ ਦੱਸਣਾ ਨਹੀਂ ਆਉਂਦਾ। ਫਰਕ ਸਿਰਫ ਇਹ ਹੈ ਕਿ ਸਾਨੂੰ ਆਪਣੀ ਗੱਲ ਨੂੰ ਰੱਖਣ ਦਾ ਤਰੀਕਾ ਆਉਣਾ ਚਾਹੀਦਾ ਹੈ। ਇਸੇ ਨੂੰ ਹੀ ਪ੍ਰਭਾਵਸ਼ਾਲੀ ਸੰਚਾਰ ਕਹਿੰਦੇ ਹਨ। ਅੱਜ ਪਿਆਰੇ ਵਿਦਿਆਰਥੀਓ, ਆਪਾਂ ਇਸੇ ਟੌਪਿਕ 'ਤੇ ਗੱਲ ਕਰਾਂਗੇ। ਪ੍ਰਭਾਵਸ਼ਾਲੀ ਸੰਚਾਰ ਲਈ ਸਾਡੇ ਕੋਲ ਦੋ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹਨ। ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਪ੍ਰਭਾਵਸ਼ਾਲੀ ਗੱਲ ਕਰਨ ਲਈ ਸਾਡੇ ਕੋਲ ਦੋ ਸਫਲ ਸਾਧਨ ਹਨ। ਪਹਿਲਾ ਹੈ ਭਾਸ਼ਾ ਦੀ ਚੋਣ ਅਤੇ ਦੂਸਰਾ ਹੈ ਸਰੀਰਕ ਭਾਸ਼ਾ। ਪਿਆਰੇ ਬੱਚਿਓ, ਭਾਸ਼ਾ ਦੀ ਚੋਣ ਲਈ ਤੁਹਾਡੇ ਕੋਲ ਕੀ ਹੋਣਾ ਜ਼ਰੂਰੀ ਹੈ, ਤੁਸੀਂ ਆਪਣੀ ਅਗਲੀ ਸਕਰੀਨ ਦੇ ਉੱਪਰ ਦੇਖੋ। ਪ੍ਰਭਾਵਸ਼ਾਲੀ ਸੰਚਾਰ ਲਈ ਕੁਝ ਨੁਕਤੇ। ਕਿਸ ਕਿਸਮ ਦੇ ਇਨਸਾਨ ਨਾਲ ਤੁਸੀਂ ਗੱਲ ਕਰ ਰਹੇ ਹੋ, ਭਾਵ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਤੁਹਾਡੇ ਤੋਂ ਉਮਰ ਦੇ ਵਿੱਚ ਵੱਡਾ ਹੈ, ਛੋਟਾ ਹੈ ਜਾਂ ਫਿਰ ਉਹ ਤੁਹਾਡੀ ਹਾਣ ਦੀ ਉਮਰ ਦਾ ਵਿਅਕਤੀ ਹੈ। ਇਨਸਾਨ ਦੀ ਕਿਸਮ ਦੇ ਚੋਣ ਦੇ ਉੱਪਰ ਹੀ ਤੁਹਾਡੀ ਦੱਸੀ ਹੋਈ ਗੱਲ ਦਾ ਪ੍ਰਭਾਵ ਪੈਂਦਾ ਹੈ ਅਤੇ ਦੱਸਣ ਦੇ ਤਰੀਕੇ ਦੇ ਵਿੱਚ ਵੀ ਬਦਲਾਅ ਆਉਂਦਾ ਹੈ। ਉਦਾਹਰਨ ਦੇ ਤੌਰ 'ਤੇ ਜੇ ਤੁਸੀਂ ਆਪਣੇ ਵੱਡੇ ਨਾਲ ਘਰ ਦੇ ਵਿੱਚ ਕਿਸੇ ਵੱਡੇ ਨਾਲ ਗੱਲ ਕਰ ਰਹੇ ਹੋ ਜਾਂ ਸਕੂਲ ਦੇ ਵਿੱਚ ਅਧਿਆਪਕ ਨਾਲ ਗੱਲ ਕਰ ਰਹੇ ਹੋ ਤਾਂ ਉਸ ਸਮੇਂ ਤੁਹਾਡੀ ਗੱਲ ਕਰਨ ਦੇ ਤਰੀਕੇ ਦੇ ਵਿੱਚ ਫਰਕ ਹੋਵੇਗਾ। ਜਦੋਂ ਤੁਸੀਂ ਆਪਣੇ ਤੋਂ ਛੋਟੇ ਨਾਲ ਗੱਲ ਕਰ ਰਹੇ ਹੋ ਤਾਂ ਤੁਸੀਂ ਪਿਆਰ ਨਾਲ ਗੱਲ ਕਰੋਗੇ, ਵੱਡੇ ਨਾਲ ਕਰ ਰਹੇ ਹੋ ਤਾਂ ਸਤਿਕਾਰ ਨਾਲ ਕਰੋਗੇ, ਹਾਣੀ ਨਾਲ ਗੱਲ ਕਰ ਰਹੇ ਹੋ ਤਾਂ ਤੁਸੀਂ ਇੱਕ ਮਿੱਤਰਤਾ ਭਰੇ ਤਰੀਕੇ ਨਾਲ ਗੱਲ ਕਰੋਗੇ। ਦੂਸਰਾ ਨੁਕਤਾ ਹੈ ਬੇਟਾ, ਬੋਲੇ ਜਾ ਰਹੇ ਸ਼ਬਦ ਸਾਫ਼ ਅਤੇ ਸਪਸ਼ਟ ਹੋਣੇ ਚਾਹੀਦੇ ਹਨ। ਰੁਕ ਕੇ ਜਾਂ ਸੋਚ ਕੇ ਬੋਲਣ ਤੋਂ ਬਚੋ। ਤੁਹਾਨੂੰ ਜੇ ਆਪਣੀ ਗੱਲ ਕਲੀਅਰ ਹੈ ਕਿ ਅਸੀਂ ਕੀ ਕਹਿਣਾ ਹੈ, ਕੀ ਦੱਸਣਾ ਚਾਹੁੰਦੇ ਹਾਂ, ਤਾਂ ਰੁਕਣ ਦੀ ਬਜਾਏ ਬੇਝਿਜਕ ਹੋ ਕੇ ਬੋਲੋ। ਅਗਲਾ ਨੁਕਤਾ ਹੈ ਆਪਣੀ ਗੱਲ ਨੂੰ ਰੱਖਣ ਲਈ ਸਹੀ ਅਤੇ ਸੌਖੀ ਭਾਸ਼ਾ ਦਾ ਪ੍ਰਯੋਗ ਕਰੋ ਜੋ ਤੁਹਾਨੂੰ ਚੰਗੀ ਤਰ੍ਹਾਂ ਆਉਂਦੀ ਹੋਵੇ। ਕਈ ਵਾਰੀ ਪਿਆਰੇ ਬੱਚਿਓ, ਅਸੀਂ ਔਖੀ ਭਾਸ਼ਾ ਬੋਲਣ ਦੇ ਚੱਕਰ ਦੇ ਵਿੱਚ ਅਸੀਂ ਆਪਣੇ ਮਨ ਦੇ ਭਾਵ ਸਹੀ ਤਰੀਕੇ ਨਾਲ ਨਹੀਂ ਰੱਖ ਪਾਉਂਦੇ। ਫੋਰ ਐਗਜ਼ਾਮਪਲ, ਜੇ ਕਈ ਵਾਰੀ ਅਸੀਂ ਇੰਗਲਿਸ਼ ਬੋਲਣ ਦੇ ਚੱਕਰ ਦੇ ਵਿੱਚ ਗਲਤ
ਸ਼ਬਦਾਂ ਦਾ ਪ੍ਰਯੋਗ ਕਰ ਜਾਂਦੇ ਹਾਂ, ਉਹ ਨਹੀਂ ਕਰਨਾ ਚਾਹੀਦਾ। ਉਸ ਨਾਲੋਂ ਚੰਗਾ ਹੈ ਕਿ ਤੁਹਾਨੂੰ ਜੋ ਭਾਸ਼ਾ ਆਉਂਦੀ ਹੈ, ਜੇ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਹੈ ਤਾਂ ਪੰਜਾਬੀ ਵਿੱਚ ਹੀ ਗੱਲ ਕਰੋ। ਉਸ ਤੋਂ ਬਾਅਦ ਬੱਚਿਓ, ਸਹੀ ਅਤੇ ਢੁਕਵੇਂ ਸ਼ਬਦਾਂ ਦਾ ਪ੍ਰਯੋਗ ਕਰੋ ਜੋ ਅਰਥ ਨਾਲ ਭਰਪੂਰ ਹੋਣ, ਜੋ ਤੁਹਾਡੀ ਗੱਲ ਨੂੰ ਸਹੀ ਤਰੀਕੇ ਨਾਲ ਦੂਸਰੇ ਦੇ ਅੱਗੇ ਪੇਸ਼ ਕਰ ਸਕਣ। ਉਸ ਤੋਂ ਬਾਅਦ ਬੱਚਿਓ, 6ਵਾਂ ਪੁਆਇੰਟ ਆਪਣੇ ਕੋਲ ਹੈ, ਚਿਹਰੇ 'ਤੇ ਹਰ ਵੇਲੇ ਮੁਸਕਰਾਹਟ ਰੱਖੋ ਅਤੇ ਹੌਸਲਾ ਰੱਖੋ। ਹੌਸਲੇ ਨਾਲ ਕਹੀ ਗਈ ਗੱਲ ਦਾ ਪ੍ਰਭਾਵ ਜ਼ਿਆਦਾ ਪੈਂਦਾ ਹੈ। ਉਸ ਤੋਂ ਬਾਅਦ ਪਿਆਰੇ ਬੱਚਿਓ, ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਕਹਾਣੀ ਸਾਂਝੀ ਕਰਨੀ ਚਾਹੁੰਦੀ ਹਾਂ। ਇਹ ਇੱਕ ਤੁਹਾਡੇ ਹੀ ਤਰ੍ਹਾਂ ਇੱਕ ਛੋਟੇ ਜਿਹੇ ਬੱਚੇ ਦੀ ਕਹਾਣੀ ਹੈ ਜਿਸ ਦਾ ਨਾਮ ਪ੍ਰਗਟ ਸੀ। ਪ੍ਰਗਟ ਨਾਂ ਦਾ ਬੱਚਾ ਆਪਣੀ ਕਲਾਸ ਵਿੱਚ ਬਹੁਤ ਹੁਸ਼ਿਆਰ ਸੀ। ਬਹੁਤ ਸਮਝਦਾਰ ਅਤੇ ਇੰਟੈਲੀਜੈਂਟ ਬੱਚਾ ਹੋਣ ਦੇ ਨਾਲ ਨਾਲ ਉਸ ਦੇ ਵਿੱਚ ਇਹ ਭਾਵਨਾ ਵੀ ਸੀ ਕਿ ਉਹ ਆਪਣੇ ਅਧਿਆਪਕ ਨੂੰ ਖੁਸ਼ ਕਰੇ, ਉਸ ਤੋਂ ਸ਼ਾਬਾਸ਼ ਲਵੇ। ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ ਜਿਸ ਤਰ੍ਹਾਂ ਬੱਚੇ ਹੱਥ ਖੜਾ ਕਰਕੇ ਆਪਣੇ ਭਾਵ ਦੱਸ ਰਹੇ ਹਨ, ਉਸੇ ਤਰੀਕੇ ਨਾਲ ਪ੍ਰਗਟ ਨੂੰ ਵੀ ਇੱਛਾ ਸੀ ਕਿ ਉਹ ਵੀ ਹੱਥ ਖੜਾ ਕਰਕੇ ਅਧਿਆਪਕ ਨੂੰ ਆਪਣੀ ਗੱਲ ਦੱਸੇ ਅਤੇ ਉਸ ਤੋਂ ਪ੍ਰਸ਼ੰਸਾ ਲਵੇ। ਇੱਕ ਦਿਨ ਉਹਨਾਂ ਦੇ ਸਮਾਜਿਕ ਸਿੱਖਿਆ ਦੇ ਅਧਿਆਪਕ ਨੇ ਉਹਨਾਂ ਨੂੰ ਇੱਕ ਕੰਮ ਦਿੱਤਾ। ਉਹਨਾਂ ਨੂੰ ਜ਼ਿਲ੍ਹੇ ਸਮਝਾਏ ਗਏ ਅਤੇ ਘਰੋਂ ਹੋਮਵਰਕ ਵਿੱਚ ਜ਼ਿਲ੍ਹਿਆਂ ਦੇ ਨਾਮ ਲਿਖ ਕੇ ਲੈ ਕੇ ਆਉਣ ਲਈ ਕਿਹਾ ਗਿਆ। ਪ੍ਰਗਟ ਬੜਾ ਖੁਸ਼ ਸੀ। ਉਸ ਨੂੰ ਇਹ ਸੀ ਕਿ ਉਸ ਨੂੰ ਸਾਰੇ ਜ਼ਿਲ੍ਹੇ ਸਮਝ ਆ ਗਏ ਹਨ ਅਤੇ ਉਹ ਸਾਰੀ ਕਲਾਸ ਨਾਲੋਂ ਸਭ ਤੋਂ ਪਹਿਲਾਂ ਆਪਣਾ ਕੰਮ ਖਤਮ ਕਰ ਲਵੇਗਾ ਅਤੇ ਅਧਿਆਪਕ ਕੋਲੋਂ ਸ਼ਾਬਾਸ਼ ਪ੍ਰਾਪਤ ਕਰੇਗਾ। ਪ੍ਰਗਟ ਨੇ ਉਸੇ ਤਰ੍ਹਾਂ ਕੀਤਾ। ਉਸ ਨੇ ਅਗਲੇ ਦਿਨ ਦੀ ਵੀ ਉਡੀਕ ਨਹੀਂ ਕੀਤੀ। ਉਹ ਇੰਨਾ ਉਤਾਵਲਾ ਸੀ ਕਿ ਉਸ ਨੇ ਅੱਧੀ ਛੁੱਟੀ ਵੇਲੇ ਹੀ ਸਾਰਾ ਕੰਮ ਕਰ ਲਿਆ, ਸਾਰੇ ਜ਼ਿਲ੍ਹਿਆਂ ਦੇ ਨਾਂ ਲਿਖ ਲਏ। ਉਸ ਦੀ ਜਮਾਤ ਵਿੱਚ ਹੀ ਇੱਕ ਹੋਰ ਬੱਚਾ ਸੀ ਜਿਸ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਪ੍ਰਗਟ ਦੀ ਕਾਪੀ ਵਿੱਚੋਂ ਨਕਲ ਕਰਕੇ ਸਾਰੇ ਜ਼ਿਲ੍ਹੇ ਲਿਖ ਲਵਾਂ ਅਤੇ ਮੈਨੂੰ ਮਿਹਨਤ ਨਾ ਕਰਨੀ ਪਵੇ। ਉਸਨੇ ਪ੍ਰਗਟ ਕੋਲੋਂ ਕਾਪੀ ਲਈ ਅਤੇ ਉਸ ਨੂੰ ਕਿਹਾ ਕਿ ਮੈਨੂੰ ਕੰਮ ਉਤਾਰਨ ਲਈ ਕਾਪੀ ਦੇ ਦੇਵੇ। ਪ੍ਰਗਟ ਵਿਚਾਰਾ ਭੋਲਾ ਸੀ। ਉਸ ਨੂੰ ਇਹ ਸੀ ਕਿ ਮੇਰੀ ਤਾਂ ਇਸ ਵਿੱਚ ਵੀ ਟੌਰ ਹੈ ਕਿ ਬੱਚੇ ਮੇਰੇ ਤੋਂ ਕਾਪੀ ਲੈ ਕੇ ਕੰਮ ਕਰ ਰਹੇ ਹਨ। ਉਹ ਅਧਿਆਪਕ ਜੀ ਨੂੰ ਦੱਸੇਗਾ ਕਿ ਉਸ ਦੀ ਕਾਪੀ ਵਿੱਚੋਂ ਲੈ ਕੇ ਹੀ ਦੂਜਿਆਂ ਨੇ ਕੰਮ ਕੀਤਾ ਹੈ। ਪਰ ਹੋਇਆ ਕੁਝ ਉਲਟ। ਜਿਸ ਵਿਦਿਆਰਥੀ ਨੂੰ ਪ੍ਰਗਟ ਨੇ ਕਾਪੀ ਦਿੱਤੀ ਸੀ, ਉਹ ਅਗਲੇ ਦਿਨ ਉਸ ਦੀ ਕਾਪੀ ਸਕੂਲ ਨਹੀਂ ਲੈ ਕੇ ਆਇਆ। ਜਦੋਂ ਉਸਨੇ ਪ੍ਰਗਟ ਨੂੰ ਕਿਹਾ ਕਿ ਉਹ ਕਾਪੀ ਘਰੇ ਭੁੱਲ ਆਇਆ ਹੈ ਤਾਂ ਪ੍ਰਗਟ ਬੜਾ ਉਦਾਸ ਹੋਇਆ। ਪ੍ਰਗਟ ਨੂੰ ਇੰਝ ਲੱਗਿਆ ਕਿ ਹੁਣ ਉਹ ਅਧਿਆਪਕ ਨੂੰ ਕੀ ਕਹੇਗਾ। ਜਿੱਥੇ ਕਿ ਉਹ ਬਹੁਤ ਖੁਸ਼ ਸੀ ਕਿ ਅਧਿਆਪਕ ਕੋਲੋਂ ਉਸ ਨੂੰ ਸ਼ਾਬਾਸ਼ ਮਿਲੇਗੀ, ਹੌਸਲਾ ਅਫਜ਼ਾਈ ਮਿਲੇਗੀ, ਪਰ ਹੁਣ ਉਹ ਉਦਾਸ ਹੋ ਗਿਆ। ਹੁਣ ਉਹ ਸੋਚਣ ਲੱਗ ਪਿਆ ਕਿ ਹੁਣ ਉਸ ਨੂੰ ਅਧਿਆਪਕ ਕੋਲੋਂ ਡਾਂਟ ਪਵੇਗੀ। ਹੋਇਆ ਵੀ ਕੁਝ ਇਸੇ ਤਰ੍ਹਾਂ। ਜਦੋਂ ਅਧਿਆਪਕ ਨੇ ਕੰਮ ਚੈੱਕ ਕਰਨ ਲਈ ਕਾਪੀਆਂ ਮੰਗੀਆਂ ਤਾਂ ਪ੍ਰਗਟ ਚੁੱਪ ਸੀ। ਉਸਨੇ ਕੋਈ ਜਵਾਬ ਨਾ ਦਿੱਤਾ। ਉਸਨੇ ਅਧਿਆਪਕ ਨੂੰ ਇਹ ਵੀ ਨਾ ਕਿਹਾ ਕਿ ਉਸਨੇ ਕੰਮ ਕਰ ਲਿਆ ਸੀ ਪਰ ਉਸਦੀ ਕਾਪੀ ਕੋਈ ਦੂਜਾ ਵਿਦਿਆਰਥੀ ਲੈ ਗਿਆ। ਪ੍ਰਗਟ ਦੀ ਚੁੱਪੀ ਨੇ ਅਧਿਆਪਕ ਦਾ ਗੁੱਸਾ ਹੋਰ ਵਧਾ ਦਿੱਤਾ। ਪ੍ਰਗਟ ਨੂੰ ਕੀ ਕਰਨਾ ਚਾਹੀਦਾ ਸੀ? ਪ੍ਰਗਟ ਨੂੰ ਦੱਸ ਦੇਣਾ ਚਾਹੀਦਾ ਸੀ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਿ ਮੈਂ ਕੰਮ ਕਰ ਲਿਆ ਸੀ ਪਰ ਮੇਰੀ ਨੋਟਬੁੱਕ ਕੋਈ ਦੂਸਰਾ ਬੱਚਾ ਲੈ ਗਿਆ। ਪ੍ਰਗਟ ਡਰਦਾ ਮਾਰਾ ਕੁਝ ਨਾ ਬੋਲਿਆ। ਸੰਕੋਚੀ ਸੁਭਾਅ ਹੋਣ ਕਰਕੇ ਉਹ ਚੁੱਪ ਰਿਹਾ, ਜਿਸ ਨਾਲ ਅਧਿਆਪਕ ਜੀ ਦੀ ਡਾਂਟ ਉਸ ਨੂੰ ਹੋਰ ਵੀ ਜ਼ਿਆਦਾ ਪਈ। ਉਸੇ ਦਿਨ ਪ੍ਰਗਟ ਅੱਧੀ ਛੁੱਟੀ ਨੂੰ ਰੋਣ ਲੱਗ ਪਿਆ ਕਿਉਂਕਿ ਉਸ ਨੂੰ ਬਹੁਤ ਇਨਸਲਟ ਫੀਲ ਹੋਈ। ਉਸ ਨੂੰ ਇਹ ਸੀ ਕਿ ਅਧਿਆਪਕ ਜੀ ਮੈਨੂੰ ਸ਼ਾਬਾਸ਼ ਦਿੰਦੇ, ਕਿੱਥੇ ਮੈਨੂੰ ਡਾਂਟ ਪੈ ਗਈ। ਉਹਦੀ ਸਾਰੀ ਗੱਲ ਨੂੰ ਜਾਣਦਾ ਉਸ ਦਾ ਇੱਕ ਮਿੱਤਰ ਅਧਿਆਪਕ ਜੀ ਕੋਲ ਗਿਆ। ਉਸ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਪ੍ਰਗਟ ਨੇ ਤਾਂ ਅੱਧੀ ਛੁੱਟੀ ਨੂੰ ਹੀ ਕੰਮ ਕਰ ਲਿਆ ਸੀ ਪਰ ਉਸ ਦੀ ਕਾਪੀ ਦੂਸਰਾ ਬੱਚਾ ਘਰੇ ਲਿਆਇਆ। ਜਦੋਂ ਅਧਿਆਪਕ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਪ੍ਰਗਟ ਨੂੰ ਕੋਲ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਉਸਨੇ ਆਪਣੀ ਸਾਰੀ ਗੱਲ ਉਹਨਾਂ ਨੂੰ ਕਿਉਂ ਨਹੀਂ ਦੱਸੀ। ਜੇ ਉਹ ਕਲਾਸ ਵਿੱਚ ਦੱਸ ਦਿੰਦਾ ਕਿ ਮੈਂ ਤਾਂ ਆਪਣਾ ਕੰਮ ਕਰ ਲਿਆ ਸੀ ਪਰ ਮੇਰੀ ਕਾਪੀ ਦੂਸਰਾ ਬੱਚਾ ਲੈ ਗਿਆ, ਇਸ ਕਰਕੇ ਮੈਂ ਤੁਹਾਨੂੰ ਕੰਮ ਚੈੱਕ ਨਹੀਂ ਕਰਵਾ ਪਾਇਆ,
ਤਾਂ ਹੋ ਸਕਦਾ ਉਸ ਨੂੰ ਡਾਂਟ ਘੱਟ ਪੈਂਦੀ। ਤੋ ਪਿਆਰੇ ਬੱਚਿਓ, ਸਾਨੂੰ ਕੀ ਚਾਹੀਦਾ ਹੈ ਕਿ ਅਸੀਂ ਆਪਣੀ ਹਰ ਇੱਕ ਗੱਲ ਨੂੰ ਸਾਫ਼ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਸਹੀ ਢੰਗ ਨਾਲ ਸਹੀ ਸਮੇਂ 'ਤੇ ਦੱਸ ਦਈਏ। ਕਈ ਵਾਰੀ ਅਸੀਂ ਸੰਕੋਚ ਕਰਦੇ ਕਰਦੇ ਆਪਣਾ ਹੋਰ ਜ਼ਿਆਦਾ ਨੁਕਸਾਨ ਕਰ ਬੈਠਦੇ ਹਾਂ। ਉਸ ਤੋਂ ਬਾਅਦ ਅਧਿਆਪਕ ਜੀ ਨੇ ਜ਼ਿਲ੍ਹਿਆਂ ਦੇ ਨਾਮ ਯਾਦ ਕਰਨ ਲਈ ਦੱਸੇ। ਜਦੋਂ ਜਮਾਤ ਦੇ ਵਿੱਚ ਯਾਦ ਕਰਨ ਲਈ ਦੱਸੇ, ਯਾਦ ਲਈ ਤਾਂ ਕਿਸੇ ਦੀ ਨਕਲ ਨਹੀਂ ਚੱਲਦੀ। ਤੋ ਪ੍ਰਗਟ ਨੂੰ ਹੁਣ ਸਾਰੇ ਜ਼ਿਲ੍ਹੇ ਆਉਂਦੇ ਸੀ। ਹੁਣ ਪ੍ਰਗਟ ਬਹੁਤ ਖੁਸ਼ ਸੀ, ਕਿਉਂਕਿ ਹੁਣ ਤਾਂ ਕੋਈ ਸਵਾਲ ਹੀ ਨਹੀਂ ਸੀ ਕਿ ਕੋਈ ਉਸ ਦਾ ਕੰਮ ਚੋਰੀ ਕਰ ਲਵੇਗਾ ਜਾਂ ਉਸ ਨੂੰ ਕਿਸੇ ਕੋਲੋਂ ਮੰਗਣਾ ਪਵੇਗਾ ਜਾਂ ਉਸ ਦਾ ਕੰਮ ਵਾਪਸ ਨਹੀਂ ਮਿਲੇਗਾ। ਜਦੋਂ ਅਧਿਆਪਕ ਜੀ ਨੇ ਜ਼ਿਲ੍ਹਿਆਂ ਦੇ ਨਾਮ ਸੁਣੇ ਤਾਂ ਪ੍ਰਗਟ ਨੇ ਸਭ ਤੋਂ ਪਹਿਲਾਂ ਹੱਥ ਖੜਾ ਕਰਕੇ ਸਾਰੇ ਜ਼ਿਲ੍ਹਿਆਂ ਦੇ ਨਾਮ ਦੱਸ ਦਿੱਤੇ। ਅਧਿਆਪਕ ਜੀ ਨੇ ਉਸ ਨੂੰ ਬਹੁਤ ਸ਼ਾਬਾਸ਼ ਦਿੱਤੀ ਅਤੇ ਕਲਾਸ ਦੇ ਵਿੱਚ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ। ਪਿਆਰੇ ਬੱਚਿਓ, ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ? ਸੋਚੋ। ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੀਦਾ। ਖਾਸ ਤੌਰ 'ਤੇ ਆਪਣੇ ਮਾਤਾ ਪਿਤਾ ਅਤੇ ਆਪਣੇ ਅਧਿਆਪਕਾਂ ਮੂਹਰੇ ਸਾਨੂੰ ਆਪਣੀ ਹਰ ਇੱਕ ਗੱਲ ਸਹੀ ਤਰੀਕੇ ਨਾਲ ਪੇਸ਼ ਕਰਨੀ ਚਾਹੀਦੀ ਹੈ। ਸੰਕੋਚ ਕਰਦੇ ਕਰਦੇ ਕਈ ਵਾਰੀ ਅਸੀਂ ਬਹੁਤ ਵੱਡਾ ਨੁਕਸਾਨ ਕਰ ਲੈਂਦੇ ਹਾਂ। ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ, ਆਪਣੀ ਮਿਹਨਤ ਕਰੋ, ਆਪਣਾ ਕੰਮ ਟਾਈਮ ਸਿਰ ਕਰੋ। ਅਧਿਆਪਕ ਵੀ ਉਹਨਾਂ ਵਿਦਿਆਰਥੀਆਂ 'ਤੇ ਬਹੁਤ ਯਕੀਨ ਕਰਦੇ ਹਨ ਜੋ ਹਰ ਵੇਲੇ ਆਪਣਾ ਕੰਮ ਸਮੇਂ ਸਿਰ ਕਰ ਲੈਣ। ਕਦੇ ਕਦਾਈ ਜੇ ਕਿਤੇ ਇਹੋ ਜਿਹੀ ਘਟਨਾ ਹੋ ਵੀ ਜਾਂਦੀ ਹੈ ਕਿ ਤੁਸੀਂ ਕਾਪੀ ਘਰੇ ਭੁੱਲ ਆਏ ਜਾਂ ਤੁਹਾਡਾ ਮਿੱਤਰ ਤੁਹਾਡੀ ਕਾਪੀ ਨਹੀਂ ਲੈ ਕੇ ਆਇਆ, ਤਾਂ ਇਹਨਾਂ ਚੀਜ਼ਾਂ ਦਾ ਪ੍ਰਭਾਵ ਉਸ ਵੇਲੇ ਘਟ ਜਾਂਦਾ ਹੈ ਜਦੋਂ ਤੁਸੀਂ ਰੈਗੂਲਰ ਟਾਈਮ 'ਤੇ ਆਪਣਾ ਕੰਮ ਕਰਦੇ ਹੋ। ਤਾਂ ਉਮੀਦ ਹੈ ਮੈਨੂੰ ਬੱਚਿਓ, ਤੁਹਾਨੂੰ ਇਸ ਕਹਾਣੀ ਤੋਂ ਸਿੱਖਿਆ ਮਿਲੀ ਹੋਵੇਗੀ ਕਿ ਸਾਨੂੰ ਸੰਕੋਚ ਨਹੀਂ ਕਰਨਾ ਚਾਹੀਦਾ। ਸਭ ਕੁਝ ਆਉਂਦੇ ਹੋਏ ਵੀ ਚੁੱਪ ਕਰਕੇ ਕਲਾਸ ਵਿੱਚ ਨਹੀਂ ਬੈਠਣਾ ਚਾਹੀਦਾ। ਤੁਹਾਡਾ ਜਵਾਬ ਭਾਵੇਂ ਗਲਤ ਹੀ ਹੋਵੇ, ਪਰ ਤੁਹਾਨੂੰ ਕਲਾਸ ਦੇ ਵਿੱਚ ਐਕਟਿਵ ਹੋ ਕੇ ਆਪਣੇ ਜਵਾਬ ਅਧਿਆਪਕ ਜੀ ਨੂੰ ਦੇਣੇ ਚਾਹੀਦੇ ਹਨ। ਤੋ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਹਾਂਜੀ ਪਿਆਰੇ ਵਿਦਿਆਰਥੀਓ, ਹੁਣ ਆਪਾਂ ਗੱਲ ਕਰਦੇ ਹਾਂ ਗਤੀਵਿਧੀਆਂ ਬਾਰੇ। ਪਿਆਰੇ ਬੱਚਿਓ, ਤੁਸੀਂ ਇੱਕ ਗਤੀਵਿਧੀ ਕਰ ਸਕਦੇ ਹੋ ਆਪਣੇ ਆਪ ਨੂੰ ਹੋਰ ਚੰਗੀ ਤਰ੍ਹਾਂ ਆਪਣੀ ਗੱਲ ਨੂੰ ਪੇਸ਼ ਕਰਨ ਦਾ ਹੌਸਲਾ ਪੈਦਾ ਕਰਨ ਲਈ। ਤੁਹਾਨੂੰ ਆਪਣੀ ਜਮਾਤ ਦੇ ਵਿੱਚ ਗਰੁੱਪ ਡਿਸਕਸ਼ਨਸ ਕਰਨੀਆਂ ਚਾਹੀਦੀਆਂ ਹਨ। ਤੁਸੀਂ ਇਸ ਨੂੰ ਖੇਡ ਦੇ ਰੂਪ ਵਿੱਚ ਵੀ ਲੈ ਸਕਦੇ ਹੋ। ਖੇਡਦੇ ਖੇਡਦੇ ਹੀ ਤੁਸੀਂ ਇੱਕ ਦੂਸਰੇ ਨਾਲ ਗਰੁੱਪ ਡਿਸਕਸ਼ਨ ਕਰਕੇ ਆਪਣੀ ਵਾਰਤਾ ਨੂੰ ਹੋਰ ਸਾਫ਼, ਹੋਰ ਕਲੀਅਰ ਅਤੇ ਹੋਰ ਵਧੀਆ ਢੰਗ ਨਾਲ ਪੇਸ਼ ਕਰਨ ਦਾ ਤਰੀਕਾ ਸਿੱਖ ਸਕਦੇ ਹੋ। ਫੋਰ ਐਗਜ਼ਾਮਪਲ, ਤੁਸੀਂ ਆਪਣੀ ਕਲਾਸ ਦੇ ਵਿੱਚ ਗਰੁੱਪ ਬਣਾ ਲਓ। ਉਹਨਾਂ ਗਰੁੱਪਸ ਦੇ ਵਿੱਚ ਤੁਸੀਂ ਕੋਈ ਵੀ ਇੱਕ ਵਿਸ਼ਾ ਲੈ ਕੇ ਉਸ ਦੇ ਵਿੱਚ ਇੱਕ ਦੂਸਰੇ ਨਾਲ ਕੰਪੀਟੀਸ਼ਨ ਕਰੋ ਕਿ ਅਸੀਂ ਇਸ ਵਿਸ਼ੇ 'ਤੇ ਚਰਚਾ ਕਰਕੇ ਇਸ ਵਿਸ਼ੇ ਬਾਰੇ ਕੀ ਆਪਣੇ ਵਿਚਾਰ ਰੱਖ ਸਕਦੇ ਹਾਂ। ਇਸ ਨਾਲ ਤੁਹਾਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸਮਰੱਥਾ ਵਿੱਚ ਹੋਰ ਜ਼ਿਆਦਾ ਵਾਧਾ ਹੁੰਦਾ ਦਿਖਾਈ ਦੇਵੇਗਾ। ਇਸ ਤੋਂ ਬਾਅਦ ਬੱਚਿਓ, ਮੈਂ ਤੁਹਾਡੇ ਲਈ ਸਵੈ ਅਧਿਐਨ ਲਈ ਕੁਝ ਪ੍ਰਸ਼ਨ ਲੈ ਕੇ ਆਈ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਆਪਣੀ ਨੋਟਬੁੱਕ 'ਤੇ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਦੇਖੋਗੇ ਕਿ ਤੁਸੀਂ ਇਹਦੇ ਵਿੱਚ ਕੀ ਸੋਚਦੇ ਹੋ। ਤੁਸੀਂ ਆਪਣੀ ਪੜਚੋਲ ਕਰਨੀ ਹੈ। ਵਿਦਿਆਰਥੀਆਂ ਨੂੰ ਸਕੂਲ ਵੱਲੋਂ ਘਰ ਦਾ ਕੰਮ ਦੇਣਾ ਚਾਹੀਦਾ ਹੈ ਜਾਂ ਨਹੀਂ? ਦੱਸੋ, ਕੀ ਤੁਸੀਂ ਸੋਚਦੇ ਹੋ ਕਿ ਘਰ ਦਾ ਕੰਮ ਮਿਲਣਾ ਚਾਹੀਦਾ ਹੈ ਜਾਂ ਨਹੀਂ? ਦੂਸਰਾ, ਕੁਦਰਤੀ ਆਫਤ ਦੌਰਾਨ, ਜਿਵੇਂ ਕਿ ਹੁਣ ਆਪਾਂ ਦੇਖ ਰਹੇ ਹਾਂ ਕੋਵਿਡ-19 ਦਾ ਟਾਈਮ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਘਰੋਂ ਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਕੀ ਕੁਦਰਤੀ ਆਫਤ ਦੇ ਦੌਰਾਨ ਐਲਾਨੀਆਂ ਛੁੱਟੀਆਂ ਵਿੱਚ ਆਨਲਾਈਨ ਸਿੱਖਿਆ ਦੇਣੀ ਚਾਹੀਦੀ ਹੈ ਜਾਂ ਨਹੀਂ? ਸਕੂਲ ਵਿੱਚ ਵਿਦਿਆਰਥੀਆਂ ਨੂੰ ਯੂਨੀਫਾਰਮ ਲੱਗਣੀ ਚਾਹੀਦੀ ਹੈ ਜਾਂ ਨਹੀਂ? ਸੋ ਇਹ ਸਨ ਵਿਦਿਆਰਥੀਓ ਤੁਹਾਨੂੰ ਸਕਾਰਾਤਮਕ ਸੋਚ ਵੱਲ ਲੈ ਕੇ ਜਾਣ ਲਈ ਕੁਝ ਸਵੈ ਅਧਿਐਨ ਲਈ ਦਿੱਤੇ ਗਏ ਪ੍ਰਸ਼ਨ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਆਪਣੀ ਸੋਚ ਨੂੰ ਪੋਜ਼ਿਟਿਵ ਕਿਵੇਂ ਰੱਖਿਆ ਜਾਵੇ। ਹਾਂ ਪੱਖੀ ਸੋਚ, ਹਾਂ ਜਾਂ ਨਾ, ਇਹ ਦੋ ਚੀਜ਼ਾਂ ਹੁੰਦੀਆਂ ਹਨ ਜੋ ਇਨਸਾਨ ਦੀ ਪ੍ਰਕਿਰਤੀ ਨੂੰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ। ਪਿਆਰੇ ਬੱਚਿਓ, ਆਪਣੀ ਸੋਚ ਨੂੰ ਹਮੇਸ਼ਾ ਸਕਾਰਾਤਮਕ ਅਤੇ ਹਾਂ ਪੱਖੀ ਰੱਖਣ ਦੀ ਕੋਸ਼ਿਸ਼ ਕਰੋ।
ਇਸ ਲਈ ਮੈਂ ਤੁਹਾਨੂੰ ਇੱਕ ਕਿਰਿਆ ਦੇਣ ਜਾ ਰਹੀ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕਿਰਿਆ ਨੂੰ ਧਿਆਨ ਨਾਲ ਦੇਖੋਗੇ, ਸਮਝੋਗੇ ਅਤੇ ਫਿਰ ਮੇਰੇ ਪ੍ਰਸ਼ਨਾਂ ਦੇ ਉੱਤਰ ਦਿਓਗੇ। ਆਪਣੀ ਸਕਰੀਨ ਵੱਲ ਦੇਖੋ। ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਕਿਰਿਆ ਹੈ। ਤੁਹਾਨੂੰ ਇਹ ਬਹੁਤ ਹੀ ਸੌਖਾ ਪ੍ਰਯੋਗ ਹੈ ਜਿਸ ਨੂੰ ਤੁਸੀਂ ਆਪਣੇ ਘਰ ਵਿੱਚ ਵੀ ਕਰ ਸਕਦੇ ਹੋ। ਇੱਕ ਗਲਾਸ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰੋ। ਇਸ ਵੱਲ ਗੌਰ ਨਾਲ ਦੇਖੋ। 1 ਮਿੰਟ 2 ਮਿੰਟ ਚੰਗੀ ਤਰ੍ਹਾਂ ਦੇਖਣ ਤੋਂ ਬਾਅਦ ਤੁਸੀਂ ਇਹ ਦੱਸੋ, ਆਪਣੇ ਆਪ ਨੂੰ ਦੱਸੋ ਕਿ ਤੁਸੀਂ ਇਸ ਗਲਾਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਮਨ ਵਿੱਚ ਕੀ ਭਾਵ ਆ ਰਿਹਾ ਹੈ। ਤੁਸੀਂ ਕੀ ਸੋਚ ਰਹੇ ਹੋ? ਕੀ ਤੁਹਾਨੂੰ ਇਹ ਗਲਾਸ ਅੱਧਾ ਖਾਲੀ ਨਜ਼ਰ ਆ ਰਿਹਾ ਹੈ ਜਾਂ ਫਿਰ ਇਹ ਅੱਧਾ ਭਰਿਆ ਨਜ਼ਰ ਆ ਰਿਹਾ ਹੈ? ਦੇਖੋ ਬੱਚਿਓ, ਇਹ ਤੁਹਾਡੇ ਨਜ਼ਰੀਏ ਦੇ ਉੱਪਰ ਡਿਪੈਂਡ ਕਰਦਾ ਹੈ। ਜੇ ਤਾਂ ਤੁਹਾਡੀ ਸੋਚ ਹਾਂ ਪੱਖੀ ਹੋਵੇਗੀ ਤਾਂ ਤੁਹਾਨੂੰ ਇਹ ਗਲਾਸ ਭਰਿਆ ਹੋਇਆ ਨਜ਼ਰ ਆਵੇਗਾ। ਜੇ ਤੁਹਾਡੀ ਸੋਚ ਨਾ ਪੱਖੀ ਹੋਵੇਗੀ ਤਾਂ ਤੁਹਾਨੂੰ ਇਹ ਗਲਾਸ ਅੱਧਾ ਖਾਲੀ ਨਜ਼ਰ ਆਵੇਗਾ। ਖਾਲੀ ਅਤੇ ਭਰਿਆ ਇਹੀ ਦੋ ਹਾਂ ਜਾਂ ਨਾ ਪੱਖੀ ਨਜ਼ਰੀਏ ਨੂੰ ਦਰਸਾਉਂਦੇ ਹਨ। ਇਸ ਤੋਂ ਬਾਅਦ ਇਹ ਕਿਰਿਆ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਸੋਚੋ ਕਿ ਤੁਸੀਂ ਇਹਨਾਂ 3 ਗੱਲਾਂ ਦੇ ਵਿੱਚੋਂ ਕਿਸ ਨਾਲ ਸਹਿਮਤੀ ਰੱਖਦੇ ਹੋ। ਗਿਲਾਸ ਅੱਧਾ ਭਰਿਆ ਹੈ ਜਾਂ ਗਿਲਾਸ ਅੱਧਾ ਖਾਲੀ ਹੈ, ਜਾਂ ਫਿਰ ਤੁਹਾਡੇ ਦਿਮਾਗ ਦੇ ਵਿੱਚ ਇਸ ਨੂੰ ਦੇਖ ਕੇ ਕੋਈ ਨਵੀਂ ਚੀਜ਼ ਆਈ ਹੈ ਤਾਂ ਉਸ ਨੂੰ ਵੀ ਲਿਖ ਸਕਦੇ ਹੋ। ਸੋਚੋ, ਵਿਚਾਰ ਕਰੋ ਕਿ ਤੁਸੀਂ ਕੀ ਸੋਚਿਆ ਹੈ। ਹਾਂਜੀ ਪਿਆਰੇ ਵਿਦਿਆਰਥੀਓ, ਇਹ ਆਪਾਂ ਗੱਲ ਕੀਤੀ ਪ੍ਰਭਾਵਸ਼ਾਲੀ ਸੰਚਾਰ ਦੇ ਇੱਕ ਪੱਖ ਦੀ ਜੋ ਭਾਸ਼ਾ ਸੰਚਾਰ ਨਾਲ ਸੰਬੰਧਿਤ ਸੀ। ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਦੂਸਰੇ ਪੱਖ ਦੀ, ਜਿਹਦੇ ਨਾਲ ਮਿਲ ਕੇ ਹੀ ਸਾਡਾ ਸੰਚਾਰ ਪ੍ਰਭਾਵਸ਼ਾਲੀ ਹੁੰਦਾ ਹੈ। ਦੂਸਰਾ ਭਾਗ ਹੈ ਬਾਡੀ ਲੈਂਗੁਏਜ, ਯਾਨੀ ਸਰੀਰਕ ਭਾਸ਼ਾ ਸੰਚਾਰ। ਸਰੀਰਕ ਭਾਸ਼ਾ ਸੰਚਾਰ ਕੀ ਹੁੰਦਾ ਹੈ? ਸਰੀਰਕ ਭਾਸ਼ਾ ਸੰਚਾਰ ਦੇ ਵਿੱਚ ਸਾਡੀ ਬਾਡੀ ਲੈਂਗੁਏਜ, ਸਾਡੇ ਹਾਵ ਭਾਵ, ਸਾਡੇ ਐਕਸਪ੍ਰੈਸ਼ਨਸ, ਸਾਡੇ ਫੇਸ ਦੇ ਐਕਸਪ੍ਰੈਸ਼ਨਸ ਬਹੁਤ ਕੁਝ ਦੱਸਦੇ ਹਨ। ਕਈ ਗੱਲਾਂ ਤਾਂ ਇਹੋ ਜਿਹੀਆਂ ਹੁੰਦੀਆਂ ਹਨ ਕਿ ਜਿਨ੍ਹਾਂ ਲਈ ਸ਼ਬਦਾਂ ਦੀ ਵੀ ਲੋੜ ਨਹੀਂ ਹੁੰਦੀ। ਸਿਰਫ ਸਾਡੇ ਹਾਵ ਭਾਵ ਅਤੇ ਬਾਡੀ ਲੈਂਗੁਏਜ ਹੀ ਬਹੁਤ ਗੱਲਾਂ ਦੇ ਜਵਾਬ ਆਪਣੇ ਆਪ ਦੇ ਦਿੰਦੀ ਹੈ। ਪਿਆਰੇ ਵਿਦਿਆਰਥੀਓ, ਤੁਸੀਂ ਬਹੁਤ ਵਾਰੀ ਨੋਟਿਸ ਕੀਤਾ ਹੋਵੇਗਾ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ, ਬਹੁਤ ਸਾਰੀ ਗੱਲਾਂ ਦੇ ਜਵਾਬ ਸਾਨੂੰ ਅੱਖਾਂ ਬੰਦ ਕਰਕੇ, ਖੋਲ੍ਹ ਕੇ ਜਾਂ ਗਰਦਨ ਹਿਲਾ ਕੇ ਜਾਂ ਸਰੀਰਕ ਲੈਂਗੁਏਜ ਦੇ ਹਿਸਾਬ ਨਾਲ ਤੁਸੀਂ ਹੱਥ ਦੇ ਭਾਵ, ਬਾਡੀ ਦੀ ਮੂਵਮੈਂਟ ਦੇ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲੈਂਦੇ ਹੋ ਕਿ ਸਾਹਮਣੇ ਵਾਲੇ ਦਾ ਜਵਾਬ ਕੀ ਹੈ। ਹੁਣ ਪਿਆਰੇ ਵਿਦਿਆਰਥੀਓ, ਤੁਹਾਨੂੰ ਪ੍ਰਭਾਵਸ਼ਾਲੀ ਸੰਚਾਰ ਦੇ ਵਿੱਚ ਬਾਡੀ ਲੈਂਗੁਏਜ ਅਰਥਾਤ ਸਰੀਰਕ ਲੈਂਗੁਏਜ ਦਾ ਵੀ ਪਤਾ ਹੋਣਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਨੂੰ ਮੈਂ ਭਾਸ਼ਾ ਸੰਚਾਰ ਦੇ ਵਿੱਚ ਵੀ ਇਹ ਦੱਸਿਆ ਸੀ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜਿਸ ਨਾਲ ਗੱਲ ਕਰ ਰਹੇ ਹਾਂ ਉਹ ਸਾਡੇ ਨਾਲੋਂ ਵੱਡਾ ਹੈ, ਛੋਟਾ ਹੈ ਜਾਂ ਫਿਰ ਸਾਡਾ ਹਾਣੀ ਹੈ। ਜੇਕਰ ਸਾਹਮਣੇ ਵਾਲਾ ਇਨਸਾਨ ਸਾਡੇ ਤੋਂ ਬੜਾ ਹੈ ਤਾਂ ਸਾਡੀ ਬਾਡੀ ਲੈਂਗੁਏਜ ਸਕਾਰਾਤਮਕ ਤਰੀਕੇ ਨਾਲ ਸਤਿਕਾਰਯੋਗ ਹੋਣੀ ਚਾਹੀਦੀ ਹੈ, ਤਾਂ ਕਿ ਸੁਣਨ ਵਾਲੇ ਨੂੰ ਸਾਡੇ ਵਿੱਚ ਉਹਨਾਂ ਗੁਣਾਂ ਦਾ ਪਤਾ ਲੱਗੇ ਜੋ ਸਾਡੇ ਸੰਸਕਾਰ ਦਿਖਾਉਂਦੇ ਹਨ। ਜਦੋਂ ਅਸੀਂ ਆਪਣੇ ਤੋਂ ਛੋਟੇ ਨਾਲ ਗੱਲ ਕਰਦੇ ਹਾਂ ਤਾਂ ਸਾਨੂੰ ਪਿਆਰ, ਹਲੀਮੀ ਨਾਲ ਅਤੇ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ, ਤਾਂ ਕਿ ਛੋਟਾ ਇਨਸਾਨ, ਉਮਰ ਵਿੱਚ ਛੋਟੇ ਬੱਚੇ ਨੂੰ ਜਾਂ ਛੋਟੇ ਇਨਸਾਨ ਨਾਲ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੋ ਉਸ ਨੂੰ ਅਪਣਤ ਫੀਲ ਹੋਵੇ ਅਤੇ ਉਸ ਨੂੰ ਘਬਰਾਹਟ ਨਾ ਹੋਵੇ ਕਿ ਉਹ ਤੁਹਾਡੇ ਨਾਲ ਆਪਣੀ ਗੱਲ ਕਿਵੇਂ ਸਾਂਝੀ ਕਰੇ। ਇਸੇ ਤਰੀਕੇ ਨਾਲ ਜੇ ਤੁਸੀਂ ਆਪਣੀ ਕਿਸੇ ਮਿੱਤਰ ਨਾਲ ਗੱਲ ਕਰਦੇ ਹੋ ਤਾਂ ਤੁਹਾਨੂੰ ਉਸ ਨਾਲ ਮਿੱਤਰਤਾ ਭਰੇ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ। ਤੁਹਾਡੇ ਬਾਡੀ ਲੈਂਗੁਏਜ ਦੇ ਵਿੱਚ ਉਸ ਨੂੰ ਅਪਣਤ ਜਾਂ ਪ੍ਰੇਮ ਦਿਖਣਾ ਚਾਹੀਦਾ ਹੈ, ਤਾਂ ਕਿ ਦੂਸਰੇ ਨੂੰ ਗੱਲ ਕਰਨ ਲੱਗੇ ਤੁਹਾਡੇ ਨਾਲ ਅਨਕੰਫਰਟੇਬਲ ਫੀਲ ਨਾ ਹੋਵੇ। ਪਿਆਰੇ ਬੱਚਿਓ, ਇਸੇ ਦੀ ਲੜੀ ਦੇ ਵਿੱਚ ਤੁਹਾਡੇ ਕੋਲ ਮੈਂ ਕੁਝ ਸਕਰੀਨ ਦੇ ਉੱਪਰ ਦਿਖਾਉਂਗੀ ਕਿ ਤੁਸੀਂ ਕਿਸ ਕਿਸ ਐਂਗਲ ਦੇ ਨਾਲ, ਕਿਸ ਕਿਸ ਤਰੀਕੇ ਦੇ ਨਾਲ ਆਪਣੀ ਬਾਡੀ ਲੈਂਗੁਏਜ ਨੂੰ ਚੇਂਜ ਕਰ ਸਕਦੇ ਹੋ ਇੱਕੋ ਸਿਚੁਏਸ਼ਨ ਦੇ ਵਿੱਚ। ਮੰਨ ਲਓ ਕਿ ਤੁਹਾਡਾ ਕੋਈ ਮਿੱਤਰ ਰੋਜ਼ ਤੁਹਾਡੇ ਘਰੇ ਆ ਜਾਂਦਾ ਹੈ ਅਤੇ ਉਹ ਤੁਹਾਡਾ ਪੜ੍ਹਾਈ ਦਾ ਸਮਾਂ ਖਰਾਬ ਕਰਦੇ ਹੋਏ ਤੁਹਾਨੂੰ ਰੋਜ਼
ਕਿਸੇ ਇਹੋ ਜਿਹੀ ਗਤੀਵਿਧੀ ਵਿੱਚ ਲਗਾ ਲੈਂਦਾ ਹੈ ਕਿ ਤੁਸੀਂ ਸੋਚਦੇ ਹੋ ਕਿ ਇਹ ਮੇਰਾ ਮਿੱਤਰ ਹੈ, ਮੈਂ ਇਸ ਨੂੰ ਕਿਵੇਂ ਮਨਾ ਕਰਾਂ, ਪਰ ਮੇਰਾ ਪੜ੍ਹਾਈ ਦਾ ਸਮਾਂ ਵੀ ਖਰਾਬ ਹੋ ਰਿਹਾ ਹੈ। ਮੈਂ ਇਸ ਨੂੰ ਕਿਵੇਂ ਕਹਾਂ ਕਿ ਇਸ ਨੂੰ ਬੁਰਾ ਵੀ ਨਾ ਲੱਗੇ ਤੇ ਇਹ ਮੇਰੇ ਘਰੋਂ ਚਲਾ ਵੀ ਜਾਵੇ। ਇਸ ਉਦਾਹਰਨ ਨੂੰ ਪੇਸ਼ ਕਰਨ ਲਈ ਤੁਹਾਡੇ ਕੋਲ ਸਕਰੀਨ ਦੇ ਉੱਪਰ ਸਭ ਤੋਂ ਪਹਿਲਾ ਭਾਵ ਆ ਰਿਹਾ ਹੈ। ਪਹਿਲਾ ਭਾਵ ਹੈ ਨਮਰਤਾ ਅਤੇ ਹਲੀਮੀ ਨਾਲ। ਪਿਆਰੇ ਬੱਚਿਓ, ਜਿੱਥੋਂ ਤੱਕ ਕੋਸ਼ਿਸ਼ ਹੋ ਸਕੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ, ਜੇ ਅਸੀਂ ਇਹ ਜਿਹੀ ਸਿਚੁਏਸ਼ਨ ਦੇ ਵਿੱਚ ਆ ਜਾਂਦੇ ਹਾਂ, ਸਾਨੂੰ ਚਾਹੀਦਾ ਹੈ ਕਿ ਅਸੀਂ ਨਮਰਤਾ ਨਾਲ ਹੀ ਕੰਮ ਲਈਏ। ਦੇਖੋ, ਨਿਮਰਤਾ ਵਾਲੇ ਭਾਵ ਦੇ ਵਿੱਚ ਤੁਹਾਡਾ ਬਾਡੀ ਲੈਂਗੁਏਜ ਕੀ ਹੋਣੀ ਚਾਹੀਦੀ ਹੈ ਅਤੇ ਚਿਹਰੇ ਦੇ ਭਾਵ ਕੀ ਹੋਣੇ ਚਾਹੀਦੇ ਹਨ। ਤੁਹਾਡਾ ਸਰੀਰ ਥੋੜ੍ਹਾ ਝੁਕਿਆ ਹੋਣਾ ਚਾਹੀਦਾ ਹਨ ਅਤੇ ਦੋਨੇ ਹੱਥ ਜੋੜ ਕੇ ਪਿਆਰ ਨਾਲ, ਨਿਮਰਤਾ ਨਾਲ ਤੁਸੀਂ ਸਾਹਮਣੇ ਵਾਲੇ ਨੂੰ ਕਹਿ ਸਕਦੇ ਹੋ ਕਿ ਹੁਣ ਤੁਸੀਂ ਜਾਓ, ਆਪਾਂ ਫੇਰ ਮਿਲਾਂਗੇ ਅਤੇ ਫੇਰ ਗੱਲ ਕਰਾਂਗੇ। ਇਸ ਸਮੇਂ ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਉਸ ਤੋਂ ਬਾਅਦ ਤੁਸੀਂ ਦੂਸਰਾ ਭਾਵ ਦੇਖ ਸਕਦੇ ਹੋ। ਦੂਸਰਾ ਆਪਣਾ ਭਾਵ ਹੈ ਪਿਆਰ ਨਾਲ। ਤੁਸੀਂ ਆਪਣੇ ਮਿੱਤਰ ਦੇ ਹੱਥ ਫੜੋਗੇ, ਉਸਨੂੰ ਪਿਆਰ ਨਾਲ ਫੜ ਕੇ ਕਹੋਗੇ ਕਿ ਗਲਵੱਟੀ ਪਾ ਕੇ, ਕਿ ਆਪਣੇ ਹੱਥਾਂ ਵਿੱਚ ਆਪਣਤ ਦਾ ਅਹਿਸਾਸ ਦਿਵਾਉਂਦੇ ਹੋਏ ਉਸਨੂੰ ਕਹਾਂਗੇ ਕਿ ਆਪਾਂ ਫੇਰ ਗੱਲ ਕਰੀਏ, ਹੁਣ ਮੈਨੂੰ ਕੰਮ ਹੈ, ਆਪਾਂ ਫੇਰ ਮਿਲਾਂਗੇ, ਆਪਾਂ ਥੋੜ੍ਹੀ ਦੇਰ ਬਾਅਦ ਮਿਲਾਂਗੇ। ਇਹ ਸੀਗਾ ਦੂਸਰਾ ਤਰੀਕਾ। ਹੁਣ ਆਪਣੇ ਕੋਲ ਬੱਚਿਓ ਤੀਸਰਾ ਤਰੀਕਾ ਹੈ, ਜਿਸ ਨੂੰ ਸਾਨੂੰ ਅਪਣਾਉਣਾ ਤਾਂ ਚਾਹੀਦਾ ਹੈ, ਪਰ ਮੌਕੇ ਦੇ ਅਨੁਸਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗੁੱਸੇ ਨਾਲ ਗੱਲ ਨਾ ਕੀਤੀ ਜਾਵੇ। ਪਰ ਇਹ ਵੀ ਇੱਕ ਤਰੀਕਾ ਆ ਜਾਂਦਾ ਹੈ ਬਾਡੀ ਲੈਂਗੁਏਜ ਦੇ ਵਿੱਚ। ਪੂਰੇ ਗੁੱਸੇ ਨਾਲ ਤੁਸੀਂ ਸਿੱਧਾ ਹੀ ਉਸ ਨੂੰ ਕਹੋਗੇ, ਆਕੜੇ ਹੋਏ ਤਰੀਕੇ ਦੇ ਨਾਲ, ਸਰੀਰ ਸਿੱਧਾ ਅਕੜਾਇਆ ਹੋਇਆ ਅਤੇ ਹੱਥ ਦੀ ਉਂਗਲ ਉੱਤਾਂ ਚੁੱਕ ਕੇ ਇਸ਼ਾਰਾ ਕਰਦੇ ਹੋਏ ਕਿ ਤੂੰ ਹੁਣ ਚਲਾ ਜਾ, ਮੈਨੂੰ ਕੰਮ ਹੈ। ਇਹ ਹੋ ਗਿਆ ਤੀਸਰਾ ਭਾਵ। ਉਸ ਤੋਂ ਬਾਅਦ ਸਾਡੇ ਕੋਲ ਚੌਥਾ ਭਾਵ ਆ ਗਿਆ। ਚੌਥਾ ਭਾਵ ਹੈ ਅੰਦਰੂਨੀ ਨਾਰਾਜ਼ਗੀ ਨਾਲ। ਸਾਡੇ ਫੇਸ ਐਕਸਪ੍ਰੈਸ਼ਨ ਇਹ ਦੱਸਣ ਕਿ ਸਾਨੂੰ ਨਾਰਾਜ਼ਗੀ ਤਾਂ ਹੈ, ਪਰ ਚਲੋ ਆਵਾਜ਼ ਵਿੱਚ ਹਲਕੀ ਜਿਹੀ ਤਲਖੀ ਅਤੇ ਨਾਰਾਜ਼ਗੀ ਦਿਖਾਉਂਦੇ ਹੋਏ, ਤੂੰ ਹੁਣ ਚਲਾ ਜਾ, ਮੈਨੂੰ ਕੰਮ ਕਰ ਲੈਣ ਦੇ। ਇਹ ਹੋ ਗਿਆ ਚੌਥਾ ਤਰੀਕਾ। ਪੰਜਵਾਂ ਤਰੀਕਾ ਹੈ ਹਾਸੇ ਨਾਲ। ਹੱਸ ਕੇ ਹੀ ਆਪਾਂ ਗੱਲ ਨੂੰ ਕਈ ਵਾਰੀ ਟਾਲ ਵੀ ਦਿੰਦੇ ਹਾਂ ਜਾਂ ਗੱਲ ਦਾ ਨਜ਼ਰੀਆ ਬਦਲ ਦਿੰਦੇ ਹਾਂ। ਹੱਸਦਾ ਹੋਇਆ ਚਿਹਰਾ ਹੱਥ ਸਮਝਾਉਣ ਦੇ ਅੰਦਾਜ਼ ਵਿੱਚ ਹਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਪਲੀਜ਼ ਹੁਣ ਚਲਾ ਜਾ, ਮੈਨੂੰ ਕੰਮ ਕਰ ਲੈਣ ਦੇ। ਇਹ ਸੀਗਾ ਸਾਡੇ ਕੋਲ ਪੰਜਵਾਂ ਭਾਵ। ਅਤੇ ਛੇਵਾਂ ਭਾਵ ਹੈ ਖਿੱਚ ਕੇ, ਤੂੰ ਹੁਣ ਜਾ ਇੱਥੋਂ, ਮੈਨੂੰ ਕੰਮ ਕਰ ਲੈਣ ਦੇ। ਦੋਵੇਂ ਹੱਥ ਸਖਤੀ ਨਾਲ ਜੋੜੇ ਹੋਏ, ਚਿਹਰਾ ਤਣਿਆ ਹੋਇਆ ਅਤੇ ਚਿਹਰੇ 'ਤੇ ਸਪਸ਼ਟ ਨਾਰਾਜ਼ਗੀ ਨਜ਼ਰ ਆ ਰਹੀ ਹੋਵੇ। ਇਹ ਸਾਡੇ ਕੋਲ 6 ਭਾਵ ਸੀ ਜੋ ਇੱਕੋ ਸਿਚੁਏਸ਼ਨ ਦੇ ਵਿੱਚ ਅਸੀਂ ਆਪਣੀ ਜ਼ਰੂਰਤ ਅਨੁਸਾਰ ਬਦਲ ਸਕਦੇ ਹਾਂ ਅਤੇ 6 ਦੇ 6 ਤਰੀਕੇ ਹੀ ਸੁਣਨ ਵਾਲੇ 'ਤੇ ਅਲੱਗ-ਅਲੱਗ ਪ੍ਰਭਾਵ ਛੱਡਣਗੇ। ਸੋ ਪਿਆਰੇ ਵਿਦਿਆਰਥੀਓ, ਸਿੱਟਾ ਕੀ ਨਿਕਲਦਾ ਹੈ ਕਿ ਸਾਨੂੰ ਪ੍ਰਭਾਵਸ਼ਾਲੀ ਸੰਚਾਰ ਲਈ ਦੋਨੇ ਹੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਸ਼ਬਦਾਂ ਦੀ ਅਤੇ ਬਾਡੀ ਲੈਂਗੁਏਜ ਦੀ। ਸ਼ਬਦ ਅਤੇ ਬਾਡੀ ਲੈਂਗੁਏਜ ਜਦੋਂ ਇਕੱਠੇ ਹੋ ਜਾਂਦੇ ਹਨ ਤਾਂ ਸਾਡਾ ਸੰਚਾਰ ਹੋਰ ਵੀ ਵਧੀਆ ਤਰੀਕੇ ਨਾਲ ਪ੍ਰਭਾਵਸ਼ਾਲੀ ਹੋ ਜਾਂਦਾ ਹੈ। ਕੁਝ ਸੰਚਾਰ ਲਈ ਸਿਰਫ ਸਾਨੂੰ ਬਾਡੀ ਲੈਂਗੁਏਜ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਅਤੇ ਕੁਝ ਸੰਚਾਰ ਲਈ ਸਾਨੂੰ ਸਿਰਫ ਸ਼ਬਦਾਂ ਦੀ ਜ਼ਰੂਰਤ ਪੈਂਦੀ ਹੈ। ਇਸ ਚੀਜ਼ ਬਾਰੇ ਤੁਸੀਂ ਸਵੈ ਅਧਿਐਨ ਕਰਨਾ ਹੈ ਕਿ ਤੁਹਾਨੂੰ ਕਿਸ ਸਿਚੁਏਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਸੰਚਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿੱਥੇ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਨਾਲ ਸਰ ਸਕਦਾ ਹੋਵੇ ਅਤੇ ਪ੍ਰਭਾਵਸ਼ਾਲੀ ਹੋਵੇ ਤਾਂ ਉੱਥੇ ਉਸ ਨਾਲ ਹੀ ਕੰਮ ਚਲਾਉਣਾ ਚਾਹੀਦਾ ਹੈ। ਪਿਆਰੇ ਵਿਦਿਆਰਥੀਓ, ਤੁਹਾਨੂੰ ਪ੍ਰਭਾਵਸ਼ਾਲੀ ਸੰਚਾਰ ਨੂੰ ਅਪਣਾਉਣ ਲਈ ਇਸ ਲਈ ਤੁਹਾਨੂੰ ਪ੍ਰੈਕਟਿਸ ਦੀ ਲੋੜ ਹੈ। ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਸਵੈ ਪੜਚੋਲ ਕਰੋ, ਆਪਣੇ ਆਪ ਨੂੰ ਦੇਖੋ ਕਿ ਤੁਸੀਂ ਕਿੰਨੇ ਕੁ ਪ੍ਰਭਾਵਸ਼ਾਲੀ ਤਰੀਕੇ ਨਾਲ ਦੂਸਰੇ ਅੱਗੇ ਆਪਣੀ ਗੱਲ ਨੂੰ ਰੱਖ ਸਕਦੇ ਹੋ। ਆਪਣਾ ਸਵੈ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰੋ, ਉਸ ਨੂੰ ਦੇਖੋ ਕਿ ਸਾਹਮਣੇ ਵਾਲੇ ਤੱਕ ਤੁਹਾਡੀ ਗੱਲ ਕਿਵੇਂ ਪਹੁੰਚਦੀ ਹੈ। ਖਾਸ ਤੌਰ 'ਤੇ ਸਕੂਲ ਦੇ ਵਿੱਚ ਜਿੱਥੇ ਤੁਸੀਂ ਕੰਫਰਟੇਬਲ ਫੀਲ ਕਰਦੇ ਹੋ, ਆਪਣੇ ਮਿੱਤਰਾਂ ਨਾਲ ਬੈਠ ਕੇ ਗਰੁੱਪ ਡਿਸਕਸ਼ਨਸ ਕਰੋ,
ਆਪਣੇ ਅਧਿਆਪਕਾਂ ਮੂਹਰੇ ਸੱਚ ਬੋਲੋ, ਉਹਨਾਂ ਨਾਲ ਆਪਣੀ ਸਾਰੀ ਗੱਲ ਸ਼ੇਅਰ ਕਰੋ, ਭਾਵੇਂ ਉਹ ਚੰਗੀ ਹੋਵੇ ਭਾਵੇਂ ਮਾੜੀ ਹੋਵੇ। ਕੋਈ ਵੀ ਅਧਿਆਪਕ ਤੁਹਾਨੂੰ ਇਹ ਨਹੀਂ ਕਹੇਗਾ ਕਿ ਮੇਰੇ ਕੋਲੋਂ ਤੁਸੀਂ ਇਸ ਬਾਰੇ ਗਾਈਡੈਂਸ ਨਾ ਲਓ। ਅਤੇ ਸੱਚ ਬੋਲੋ, ਆਪਣੇ ਅਧਿਆਪਕ ਨੂੰ ਖੁੱਲ੍ਹ ਕੇ ਦੱਸੋ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਅਤੇ ਕਿਉਂ ਤੁਸੀਂ ਕੰਮ ਨਹੀਂ ਕੀਤਾ, ਜਾਂ ਕਿਸੇ ਵੇਲੇ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਆਉਂਦੀ ਹੈ ਤਾਂ ਸਹੀ ਦੱਸੋ। ਇਸ ਤੋਂ ਬਾਅਦ ਪਿਆਰੇ ਬੱਚਿਓ, ਮੇਰੇ ਕੋਲ ਤੁਹਾਡੇ ਲਈ ਕੁਝ ਐਕਟੀਵਿਟੀਜ਼ ਹਨ ਜੋ ਤੁਸੀਂ ਕਰਨੀਆਂ ਹਨ। ਆਪਣੇ ਸਕੂਲ ਵਾਂਗ ਹੀ ਆਪਣੇ ਸਕੂਲ ਨੂੰ ਆਪਣੇ ਘਰ ਵਾਂਗ ਹੀ ਸਮਝਣ ਅਤੇ ਕੋਈ ਹੋਰ ਸਕੂਲ ਦੀ ਚੀਜ਼ ਦਾ ਨੁਕਸਾਨ ਨਾ ਹੋਵੇ, ਇਸ ਬਾਰੇ ਆਪਣੀ ਜਮਾਤ ਦੇ ਬਾਕੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰੋ। ਸਕੂਲ ਦੇ ਵਿਦਿਆਰਥੀਆਂ ਨੂੰ ਕਿਰਤ ਕਰਨ ਦਾ ਮਹੱਤਵ ਸਮਝਾਉਂਦੇ ਹੋਏ ਮਾਤਾ ਪਿਤਾ ਦੇ ਕੰਮ ਧੰਦੇ ਵਿੱਚ ਮਦਦ ਲਈ ਪ੍ਰੇਰਿਤ ਕਰੋ। ਸਕੂਲ ਦੇ ਪ੍ਰਿੰਸੀਪਲ ਨੂੰ ਵੱਖ-ਵੱਖ ਕਲਾਤਮਕ ਅਤੇ ਖੇਡਾਂ ਦੇ ਮੁਕਾਬਲੇ ਹਰ ਮਹੀਨੇ ਸਕੂਲ ਵਿੱਚ ਕਰਵਾਉਣ ਲਈ ਮਨਾਓ। ਇਹਨਾਂ ਸਾਰੀਆਂ ਚੀਜ਼ਾਂ ਨਾਲ ਤੁਹਾਡਾ ਸੰਚਾਰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਖਰ ਕੇ ਸਾਹਮਣੇ ਆਵੇਗਾ। ਇਸ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਅਤੇ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਜ਼ਰੂਰ ਅਪਣਾਓਗੇ। ਧੰਨਵਾਦ।